ਉਤਪਤ ਅਧਿਆਇ 40। ਇਨ੍ਹਾਂ ਗੱਲਾਂ ਦੇ ਪਿੱਛੋਂ ਇਉਂ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਔਰ ਰਸੋਈਆ ਆਪਣੇ ਸਵਾਮੀ ਮਿਸਰ ਦੇ ਰਾਜਾ ਦੇ ਦੋਸ਼ੀ ਹੋ ਗਏ। ਤਾਂ ਫਿਰੌਨ ਆਪਣੇ ਦੋਹਾਂ ਕੁਸਰੀਆਂ ਦੇ ਉੱਤੇ ਅਰਥਾਤ ਸਾਕੀਆਂ ਦੇ ਸਰਦਾਰ ਔਰ ਰਸੋਈਆਂ ਦੇ ਸਰਦਾਰ ਉੱਤੇ ਗੁੱਸੇ ਹੋਇਆ ਅਤੇ ਉਸਨੇ ਉਹਨਾਂ ਨੂੰ ਰਾਖੀ ਵਿੱਚ ਜਲਾਂ ਦੇ ਸਰਦਾਰ ਦੇ ਘਰ ਵਿੱਚ ਅਰਥਾਤ ਕੈਦਖਾਨੇ ਵਿੱਚ ਜਿੱਥੇ ਯੂਸਫ ਕੈਦ ਸੀ ਬੰਦ ਕਰ ਦਿੱਤਾ। ਜਲਾਂ ਦੇ ਸਰਦਾਰ ਨੇ ਉਹਨਾਂ ਨੂੰ ਯੂਸਫ ਦੇ ਹਵਾਲੇ ਕਰ ਦਿੱਤਾ ਔਰ ਉਹਨਾਂ ਦੀ ਸੇਵਾ ਕੀਤੀ ਔਰ ਉਹ ਚਿਰ ਤੀਕਰ ਕੈਦ ਰਹੇ। ਤਾਂ ਉਹਨਾਂ ਦੋਹਾਂ ਨੇ ਇੱਕ ਸੁਪਨਾ ਇੱਕੋ ਹੀ ਰਾਤ ਵਿੱਚ ਵੇਖਿਆ। ਹਰ ਇੱਕ ਨੇ ਆਪੋ ਆਪਣੇ ਅਰਥ ਦੇ ਅਨੁਸਾਰ ਸੁਪਨਾ ਵੇਖਿਆ। ਅਰਥਾਤ ਮਿਸਰ ਦੇ ਰਾਜਾ ਦੇ ਸਾਕੀ ਔਰ ਰਸੋਈਏ ਨੇ ਜਿਹੜੇ ਕੈਦਖਾਨੇ ਵਿੱਚ ਬੰਦ ਸਨ, ਜਾਂ ਯੂਸਫ ਸਵੇਰੇ ਉਹਨਾਂ ਦੇ ਕੋਲ ਅੰਦਰ ਗਿਆ ਔਰ ਉਹਨਾਂ ਨੂੰ ਡਿੱਠਾ ਤਾਂ ਵੇਖੋ ਉਹ ਉਦਾਸ ਸਨ। ਉਸਨੇ ਫਿਰੌਨ ਦੇ ਕੁਸਰੀਆਂ ਨੂੰ ਜਿਹੜੇ ਉਸਦੇ ਸੰਗ ਉਹਦੇ ਸਵਾਮੀ ਦੇ ਘਰ ਕੈਦ ਸਨ ਪੁੱਛਿਆ, ਅੱਜ ਤੁਹਾਡੇ ਮੂੰਹ ਕਿਉਂ ਪੇੜੇ ਪਏ ਹੋਏ ਹਨ? ਤਾਂ ਉਹਨਾਂ ਉਸਨੂੰ ਆਖਿਆ, ਅਸਾਂ ਇੱਕ ਸੁਪਨਾ ਡਿੱਠਾ ਹੈ ਜਿਸ ਦਾ ਅਰਥ ਕਰਨ ਵਾਲਾ ਕੋਈ ਨਹੀਂ ਹੈ। ਤਾਂ ਯੂਸਫ ਨੇ ਉਹਨਾਂ ਨੂੰ ਆਖਿਆ ਕਿ ਅਰਥ ਕਰਨਾ ਪਰਮੇਸ਼ਰ ਦਾ ਕੰਮ ਨਹੀਂ ਹੈ, ਤੁਸੀਂ ਮੈਨੂੰ ਦੱਸੋ ਨਾ। ਤਾਂ ਸਾਕੀਆਂ ਨੇ ਸਰਦਾਰ ਨੇ ਯੂਸਫ ਨੂੰ ਆਪਣਾ ਸੁਪਨਾ ਦੱਸਿਆ ਅਤੇ ਉਸ ਨੂੰ ਆਖਿਆ, ਵੇਖੋ ਮੇਰੇ ਸੁਪਨੇ ਵਿੱਚ ਦਾਖ ਦੀ ਇੱਕ ਵੇਲ ਮੇਰੇ ਸਨਮੁਖ ਸੀ ਔਰ ਉਸ ਵੇਲ ਵਿੱਚ 3 ਟਹਿਣੀਆਂ ਸਨ ਔਰ ਜਾਣੋ ਉਹਨੂੰ ਕਲੀਆਂ ਨਿਕਲੀਆਂ ਔਰ ਫੁੱਲ ਲੱਗੇ ਔਰ ਉਸਦੇ ਗੁੱਛਿਆਂ ਵਿੱਚ ਦਾਖ ਪੱਕ ਗਈ। ਫਿਰੌਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ ਔਰ ਮੈਂ ਦਾਖਾਂ ਨੂੰ ਲੈ ਕੇ ਫਿਰੌਨ ਦੇ ਪਿਆਲੇ ਵਿੱਚ ਨਿਚੋੜਿਆ ਔਰ ਉਹ ਪਿਆਲਾ ਮੈਂ ਫਿਰੌਨ ਦੇ ਹਥੇਲੀ ਉੱਤੇ ਰੱਖਿਆ। ਤਾਂ ਯੂਸਫ ਨੇ ਉਸ ਨੂੰ ਆਖਿਆ, ਇਸ ਦਾ ਅਰਥ ਇਹ ਹੈ ਕਿ ਉਹ 3 ਟਹਿਣੀਆਂ 3 ਦਿਨ ਹਨ। ਇਨ੍ਹਾਂ 3 ਦਿਨਾਂ ਵਿੱਚ ਫਿਰੌਨ ਤੇਰਾ ਸਿਰ ਉੱਚਾ ਕਰੇਗਾ ਅਤੇ ਅਗਲੇ ਦਸਤੂਰ ਦੇ ਅਨੁਸਾਰ ਜਦ ਤੂੰ ਉਸਦਾ ਸਾਕੀ ਸੀ ਤੂੰ ਫਿਰੌਨ ਦੇ ਹੱਥ ਵਿੱਚ ਪਿਆਲਾ ਦੇਵੇਗਾ, ਪਰ ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਚੇਤੇ ਰੱਖੀ ਔਰ ਮੇਰੇ ਉੱਤੇ ਕਿਰਪਾ ਕਰਕੇ ਫਿਰੌਨ ਨੂੰ ਮੇਰਾ ਚੇਤਾ ਕਰਾਈ ਔਰ ਮੈਨੂੰ ਇਸ ਘਰ ਵਿੱਚੋਂ ਬਾਹਰ ਕਢਾਈ, ਕਿਉਂ ਜੋ ਇਬਰਾਨੀਆਂ ਦੇ ਦੇਸ਼ ਵਿੱਚੋਂ ਮੈਂ ਸੱਚਮੁੱਚ ਚੁਰਾਇਆ ਗਿਆ ਹਾਂ ਔਰ ਇੱਥੇ ਵੀ ਮੈਂ ਕੁਝ ਨਹੀਂ ਕੀਤਾ ਭਾਈ ਉਹ ਮੈਨੂੰ ਇਸ ਪੋਰੇ ਵਿੱਚ ਸੁੱਟਣ। ਜਦ ਰਸੋਈਆਂ ਦੇ ਸਰਦਾਰ ਨੇ ਵੇਖਿਆ ਕਿ ਅਰਥ ਚੰਗਾ ਹੈ ਤਾਂ ਉਸਨੇ ਯੂਸਫ ਨੂੰ ਆਖਿਆ, ਮੈਂ ਵੀ ਸੁਪਨੇ ਵਿੱਚ ਸਾਂ ਤਾਂ ਵੇਖੋ ਮੇਰੇ ਸਿਰ ਉੱਤੇ ਚਿੱਟੀ ਰੋਟੀਆਂ ਦੀਆਂ 3 ਟੋਕਰੀਆਂ ਸਨ ਔਰ ਸਭ ਤੋਂ ਉੱਪਰਲੀ ਟੋਕਰੀ ਵਿੱਚ ਫਿਰੌਨ ਲਈ ਨਾਨਾ ਪ੍ਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਔਰ ਪੰਛੀ ਮੇਰੇ ਸਿਰ ਉਤਲੀ ਟੋਕਰੀ ਵਿੱਚੋਂ ਖਾਂਦੇ ਸਨ। ਤਾਂ ਯੂਸਫ ਨੇ ਉੱਤਰ ਦੇ ਕੇ ਆਖਿਆ ਕਿ ਇਸ ਦਾ ਅਰਥ ਇਹ ਹੈ ਕਿ ਇਹ 3 ਟੋਕਰੀਆਂ 3 ਦਿਨ ਹਨ। ਇਨ੍ਹਾਂ 3 ਦਿਨਾਂ ਦੇ ਵਿੱਚ ਫਿਰੌਨ ਤੇਰਾ ਸਿਰ ਤੇਰੇ ਉੱਤੋਂ ਲਾ ਛੱਡੇਗਾ ਔਰ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਔਰ ਪੰਛੀ ਤੇਰਾ ਮਾਸ ਤੇਰੇ ਉੱਤੋਂ ਖਾਣਗੇ। ਤਾਂ ਇਉਂ ਹੋਇਆ ਕਿ ਤੀਜੇ ਦਿਨ ਜਿਹੜੇ ਫਿਰੌਨ ਦਾ ਜਨਮ ਦਿਨ ਸੀ, ਉਸਨੇ ਆਪਣੇ ਸਾਰੇ ਟਹਿਲੂਆਂ ਦਾ ਖਾਣਾ ਕੀਤਾ ਔਰ ਆਪਣੇ ਟਹਿਲੂਆਂ ਵਿੱਚੋਂ ਸਰਦਾਰ ਸਾਕੀ ਦਾ ਸਿਰ ਔਰ ਸਰਦਾਰ ਰਸੋਈ ਦਾ ਸਿਰ ਉੱਚਾ ਕੀਤਾ, ਪਰ ਉਸਨੇ ਸਰਦਾਰ ਸਾਕੀ ਨੂੰ ਤਾਂ ਉਹਦੇ ਹੱਦੇ ਉੱਤੇ ਮੁੜ ਕੇ ਲਾ ਲਿਆ ਤਾਂ ਜੋ ਉਹ ਫਿਰੌਨ ਦੀ ਹਥੇਲੀ ਉੱਤੇ ਪਿਆਲਾ ਰੱਖੇ, ਪਰ ਉਸਨੇ ਸਰਦਾਰ ਰਸੋਈਏ ਨੂੰ ਫਾਂਸੀ ਦੇ ਦਿੱਤਾ ਜਿਵੇਂ ਯੂਸਫ ਨੇ ਉਹਨਾਂ ਦਾ ਅਰਥ ਕੀਤਾ ਸੀ। ਪਰ ਸਰਦਾਰ ਸਾਕੀ ਨੇ ਯੂਸਫ ਨੂੰ ਚੇਤੇ ਨਾ ਰੱਖਿਆ, ਸਗੋਂ ਉਸ ਨੂੰ ਭੁੱਲ ਗਿਆ।
ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 31। ਫਿਰ ਫਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫਲਿਸਤੀਆਂ ਦੇ ਅੱਗੋਂ ਨੱਠੇ ਅਤੇ ਗਿਲਬੋਆ ਦੇ ਪਹਾੜ ਵਿੱਚ ਪਟੜ ਹੋ ਕੇ ਡਿੱਗ ਪਏ ਅਤੇ ਫਲਿਸਤੀਆਂ ਨੇ ਸਾਊਲ ਅਤੇ ਉਹਦੇ ਪੁੱਤਰਾਂ ਦਾ ਡਾਢਾ ਪਿੱਛਾ ਕੀਤਾ ਅਤੇ ਯੋਨਤਾਨ ਅਤੇ ਅਬੀਨਾਦਾਬ ਅਤੇ ਮਲਕੀ-ਸੂਆ ਸਾਊਲ ਦੇ ਪੁੱਤਰਾਂ ਨੂੰ ਵੱਢ ਸੁੱਟਿਆ ਅਤੇ ਸਾਊਲ ਉੱਤੇ ਵੱਡੀ ਲੜਾਈ ਵੱਧ ਗਈ ਅਤੇ ਤੀਰ ਅੰਦਾਜ਼ਾਂ ਨੇ ਉਹਨੂੰ ਲੱਭਾ ਅਤੇ ਤੀਰ ਅੰਦਾਜ਼ਾਂ ਦੇ ਹੱਥੋਂ ਉਹ ਵੱਡਾ ਫਟਿਆ ਗਿਆ। ਤਦ ਸਾਊਲ ਨੇ ਆਪਣੇ ਵਸਤਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਚੁੱਕ ਕੇ ਉਹਦੇ ਨਾਲ ਮੈਨੂੰ ਵਿੰਨ ਅਜਿਹਾ ਨਾ ਹੋਵੇ ਜੋ ਇਹ ਅਸੁਨਤੀ ਆਉਣ ਅਤੇ ਮੈਨੂੰ ਵਿੰਨਣ ਅਤੇ ਮੇਰੇ ਨਾਲ ਮਖੌਲ ਕਰਨ। ਪਰ ਇਹ ਗੱਲ ਉਹਦੇ ਸ਼ਸਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਬਹੁਤ ਘਾਬਰ ਗਿਆ। ਤਦ ਸਾਊਲ ਤਲਵਾਰ ਫੜ ਕੇ ਉਹਦੇ ਉੱਤੇ ਡਿੱਗ ਪਿਆ ਅਤੇ ਜਾਂ ਉਹਦੇ ਸ਼ਸਤਰ ਚੁੱਕਣ ਵਾਲੇ ਨੇ ਡਿੱਠਾ ਜੋ ਸਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹਦੇ ਨਾਲ ਹੀ ਮਰ ਗਿਆ। ਸੋ ਸਾਊਲ ਤੇ ਉਹਦੇ 3 ਪੁੱਤਰ ਅਤੇ ਉਹਦਾ ਸ਼ਸਤਰ ਚੁੱਕਣ ਵਾਲਾ ਅਤੇ ਉਹਦਾ ਸਾਰਾ ਘਰਾਨਾ ਉਸ ਦਿਹਾੜੇ ਇਕੱਠੇ ਹੀ ਮਰ ਮਿਟੇ। ਜਾਂ ਉਹਨਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੇ ਵੱਲ ਸਨ ਅਤੇ ਉਹਨਾਂ ਨੇ ਜੋ ਯਰਦਨੋਂ ਪਾਰ ਸਨ ਇਹ ਡਿੱਠਾ ਜੋ ਇਸਰਾਏਲ ਦੇ ਲੋਕ ਨੱਠੇ ਅਤੇ ਸਾਊਲ ਔਰ ਉਹਦੇ ਪੁੱਤਰ ਮੋਏ ਪਏ ਹਨ ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫਲਿਸਤੀ ਉਹਨਾਂ ਵਿੱਚ ਆਣ ਵਸੇ। ਅਗਲੇ ਪਲਕ ਅਜਿਹਾ ਹੋਇਆ ਭਈ ਜਿਸ ਵੇਲੇ ਫਲਿਸਤੀ ਉਹਨਾਂ ਲੋਕਾਂ ਦੇ ਸ਼ਸਤਰ ਬਸਤਰ ਲਾਉਣ ਆਏ ਤਾਂ ਉਹਨਾਂ ਨੂੰ ਸਾਊਲ ਅਤੇ ਉਹਦੇ 3 ਪੁੱਤਰ ਗਿਲਬੋਆ ਪਹਾੜ ਵਿੱਚ ਡਿੱਗੇ ਲੱਭੇ। ਸੋ ਉਹਨਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਅਤੇ ਉਹਦੇ ਸ਼ਸਤਰ ਲਾ ਕੇ ਫਲਿਸਤੀਆਂ ਦੇ ਦੇਸ਼ ਵਿੱਚ ਕੱਲ ਦਿੱਤੇ ਜੋ ਉਹਨਾਂ ਦੇਵਤਿਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੀ ਡੌਂਡੀ ਫੇਰਨ। ਸੋ ਉਹਨਾਂ ਨੇ ਉਹਦੇ ਸ਼ਸਤਰਾਂ ਨੂੰ ਅਸਤਰੋਤ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਹਦੀ ਲੋਥ ਨੂੰ ਬੇਤਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ। ਜਾਂ ਯਾਬੇਸ ਗਿਲਿਆਦ ਦੇ ਵਾਸੀਆਂ ਨੇ ਸੁਣਿਆ ਜੋ ਫਲਿਸਤੀਆਂ ਨੇ ਸਾਊਲ ਨਾਲ ਯੂੰ ਕੀਤਾ ਤਾਂ ਉਹਨਾਂ ਵਿੱਚੋਂ ਸਭ ਸੂਰਮੇ ਉੱਠੇ ਅਤੇ ਸਾਰੀ ਰਾਤ ਤੁਰੇ ਗਏ ਅਤੇ ਬੇਤਸ਼ਾਨ ਦੀ ਕੰਧ ਉੱਤੋਂ ਉਹਦੇ ਪੁੱਤਰਾਂ ਦੀਆਂ ਲੋਥਾਂ ਸਣੇ ਉਹਦੀ ਲੋਥ ਲਾ ਕੇ ਯਾਬੇਸ ਵਿੱਚ ਮੁੜ ਆਏ ਅਤੇ ਉੱਤੇ ਉਹਨਾਂ ਨੂੰ ਸਾੜ ਦਿੱਤਾ। ਤਾਂ ਉਹਨਾਂ ਦੀਆਂ ਹੱਡੀਆਂ ਨੂੰ ਲਿਆ ਅਤੇ ਉਹਨਾਂ ਨੇ ਯਾਬੇਸ ਵਿੱਚ ਬਲੂਤ ਦੇ ਬਿਰਛ ਦੇ ਹੇਠ ਦੱਬ ਦਿੱਤਾ ਅਤੇ 7 ਦਿਨ ਤੋੜੀ ਵਰਤ ਰੱਖਿਆ। ਜਬਰਾਂ ਦੀ ਪੋਥੀ ਅਧਿਆਇ 11। ਮੈਂ ਯਹੋਵਾ ਦੀ ਸ਼ਰਨ ਲਈ ਹੈ, ਤੁਸੀਂ ਕਿੱਕਰ ਮੇਰੀ ਜਾਨ ਨੂੰ ਆਖਦੇ ਹੋ ਭਈ ਚਿੜੀ ਵਾਂਗੂ ਆਪਣੇ ਪਹਾੜ ਨੂੰ ਉੱਡ ਜਾ। ਵੇਖੋ ਤਾਂ ਦੁਸ਼ਟ ਧਨੁਕ ਨੂੰ ਝੁਕਾਉਂਦੇ ਹਨ, ਉਹ ਆਪਣੇ ਬਾਣ ਚਿੱਲੇ ਉੱਤੇ ਛਾੜਦੇ ਹਨ ਭਈ ਸਿੱਧੇ ਮਨ ਵਾਲਿਆਂ ਨੂੰ ਹਨੇਰ ਵਿੱਚ ਮਾਰਨ। ਜੇ ਨੀਹਾਂ ਢਾਹੀਆਂ ਜਾਣ ਤਾਂ ਧਰਮੀ ਕੀ ਕਰੇ? ਯਹੋਵਾ ਆਪਣੀ ਪਵਿੱਤਰ ਹੈਕਲ ਵਿੱਚ ਹੈ, ਯਹੋਵਾ ਦਾ ਸਿੰਘਾਸਨ ਸਵਰਗ ਵਿੱਚ ਹੈ। ਉਹਦੀਆਂ ਅੱਖਾਂ ਤੱਕਦੀਆਂ ਹਨ, ਉਹਦੀਆਂ ਪਲਕਾਂ ਆਦਮੀ ਦੀ ਸੰਤਾਨ ਨੂੰ ਜਾਂਚਦੀਆਂ ਹਨ। ਯਹੋਵਾ ਧਰਮੀ ਨੂੰ ਜਾਂਚਦਾ ਹੈ ਪਰ ਦੁਸ਼ਟ ਅਰ ਹਨੇਰੇ ਦੇ ਪ੍ਰੇਮੀ ਤੋਂ ਉਹਦਾ ਆਤਮਾ ਕਿਨ ਕਰਦਾ ਹੈ। ਉਹ ਦੁਸ਼ਟਾਂ ਦੇ ਉੱਤੇ ਪਾਗੀਆਂ ਵਰਾਵੇਗਾ, ਅੱਗ ਅਤੇ ਕੰਦਕ ਅਤੇ ਅਗਨੀ ਲੂ ਉਹਨਾਂ ਦੇ ਕਟੋਰੇ ਦਾ ਚਾਂਦਾ ਹੋਵੇਗੀ। ਕਿਉਂ ਜੋ ਯਹੋਵਾ ਧਰਮੀ ਹੈ, ਉਹ ਧਰਮ ਨਾਲ ਪ੍ਰੀਤ ਰੱਖਦਾ ਹੈ, ਸਿੱਧੇ ਲੋਕ ਉਸ ਦਾ ਦਰਸ਼ਨ ਪਾਉਣਗੇ। ਮਰਕੁਸ ਦੀ ਇੰਜੀਲ ਅਧਿਆਇ 1। ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਆਰੰਭ। ਜਿਹਾ ਯਸਾਇਆ ਨਬੀ ਵਿੱਚ
ਲਿਖਿਆ ਹੈ, ਵੇਖ ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਘੱਲਦਾ ਹਾਂ, ਜੋ ਤੇਰਾ ਰਸਤਾ ਤਿਆਰ ਕਰੇਗਾ। ਉਜਾੜ ਵਿੱਚ ਇੱਕ ਹੋਕਾ ਦੇਣ ਵਾਲੇ ਦੀ ਆਵਾਜ਼, ਭਈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹਦੇ ਰਾਹਾਂ ਨੂੰ ਸਿੱਧੇ ਕਰੋ। ਯੂਹੰਨਾ ਆਇਆ, ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਸੀ ਔਰ ਪਾਪਾਂ ਦੀ ਮਾਫੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ, ਅਤੇ ਸਾਰਾ ਯਹੂਦੀਆ ਦੇਸ ਔਰ ਯਰੂਸ਼ਲਮ ਦੇ ਸਾਰੇ ਰਹਿਣ ਵਾਲੇ ਨਿਕਲ ਕੇ ਉਹਦੇ ਕੋਲ ਚੱਲੇ ਆਉਂਦੇ ਅਤੇ ਆਪੋ ਆਪਣੀਆਂ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹਦੇ ਹੱਥੋਂ ਬਪਤਿਸਮਾ ਲੈਂਦੇ ਸਨ। ਅਤੇ ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹਦੇ ਲੱਕ ਨਾਲ ਸੀ, ਤੇ ਉਹ ਟਿੱਡੀਆਂ ਔਰ ਬਨ ਦਾ ਸ਼ਹਿਦ ਖਾਂਦਾ ਹੁੰਦਾ ਸੀ। ਔਰ ਉਸਨੇ ਪ੍ਰਚਾਰ ਕੀਤਾ, ਭਈ ਮੇਰੇ ਪਿੱਛੇ ਉਹ ਆਉਂਦਾ ਹੈ ਜੋ ਮੈਥੋਂ ਬਲਵੰਤ ਹੈ, ਔਰ ਮੈਂ ਇਸ ਲਾਇਕ ਨਹੀਂ ਜੋ ਨਿਉ ਕੇ ਉਹਦੀ ਜੁੱਤੀ ਦਾ ਤਸਮਾ ਖੋਲਾਂ। ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਊ। 19 ਦਿਨੀ ਇਉਂ ਹੋਇਆ, ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਵਿੱਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ, ਔਰ ਪਾਣੀ ਵਿੱਚੋਂ ਨਿਕਲਦੇ ਸਾਰ ਉਹਨੇ ਆਕਾਸ਼ ਨੂੰ ਖੁੱਲਦਿਆਂ ਅਤੇ ਆਤਮਾ ਨੂੰ ਆਪਣੇ ਉੱਤਰ ਕਬੂਤਰ ਦੀ ਨਿਆਈ ਉਤਰਦਿਆਂ ਡਿਠਾ, ਅਤੇ ਇੱਕ ਸਵਰਗੀ ਬਾਣੀ ਆਈ, ਜੋ ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਤੋਂ ਮੈਂ ਪ੍ਰਸੰਨ ਹਾਂ। ਆਤਮਾ ਛੱਡ ਉਹਨੂੰ ਉਜਾੜ ਵਿੱਚ ਲੈ ਗਿਆ, ਔਰ ਉਜਾੜ ਵਿੱਚ 40 ਦਿਨਾਂ ਤੀਕਰ ਸਤਾਨ ਉਹਨੂੰ ਪਰਤਾਉਂਦਾ ਰਿਹਾ, ਅਤੇ ਉਹ ਜੰਗਲੀ ਜਾਨਵਰਾਂ ਨਾਲ ਰਹਿੰਦਾ ਸੀ, ਅਤੇ ਦੂਤ ਉਹਦੀ ਟਹਿਲ ਕਰਦੇ ਸਨ। ਪਰੰਤ ਯੂਹੰਨਾ ਦੇ ਪੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ, ਔਰ ਉਸਨੇ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਆਖਿਆ, ਸਮਾਂ ਪੂਰਾ ਹੋਇਆ ਤੇ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ਖਬਰੀ ਉੱਤੇ ਪ੍ਰਤੀਤ ਕਰੋ। ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦਿਆਂ ਉਸਨੇ ਸਮੂਨ ਦੇ ਭਰਾ ਅੰਦਰਿਆਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਡਿੱਠਾ, ਕਿਉਂ ਜੋ ਉਹ ਮਾਛੀ ਸਨ। ਯਿਸੂ ਨੇ ਉਹਨਾਂ ਨੂੰ ਆਖਿਆ, ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨਕਾਂ ਦੇ ਸਿਖਾਰੀ ਬਣਾਵਾਂਗਾ। ਅਤੇ ਉਹ ਝੱਟ ਜਾਲਾਂ ਨੂੰ ਛੱਡ ਕੇ ਉਹਦੇ ਮਗਰ ਹੋ ਤੁਰੇ, ਔਰ ਥੋੜੀ ਦੂਰ ਅੱਗੇ ਵਧ ਕੇ ਉਹਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਹਦੇ ਭਰਾ ਯੂਹੰਨਾ ਨੂੰ ਵੇਖਿਆ, ਜੋ ਬੇੜੀ ਉੱਤੇ ਜਾਲਾਂ ਨੂੰ ਸੁਧਾਰਦੇ ਸਨ, ਔਰ ਝੱਟ ਉਸਨੇ ਉਹਨਾਂ ਨੂੰ ਸੱਦਿਆ, ਅਤੇ ਉਹ ਆਪਣੇ ਪਿਓ ਜ਼ਬਦੀ ਨੂੰ ਕਾਮਿਆਂ ਸਣੇ ਬੇੜੀ ਵਿੱਚ ਛੱਡ ਕੇ ਉਹਦੇ ਮਗਰ ਤੁਰ ਪਏ। ਤਾਂ ਉਹ ਕਫਰਨਾਹੁਮ ਵਿੱਚ ਵੜੇ, ਔਰ ਸਬਤ ਦੇ ਦਿਨ ਉਹ ਝੱਟ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ, ਅਤੇ ਉਸਦੇ ਉਪਦੇਸ਼ ਤੋਂ ਹੈਰਾਨ ਹੋਏ, ਕਿਉਂ ਜੋ ਉਹ ਗ੍ਰੰਥੀਆਂ ਵਾਂਗੂ ਨਹੀਂ, ਪਰ ਇਖਤਿਆਰ ਵਾਲੇ ਵਾਂਗੂ ਉਹਨਾਂ ਨੂੰ ਉਪਦੇਸ਼ ਦਿੰਦਾ ਸੀ। ਅਤੇ ਉਸ ਵੇਲੇ ਉਹਨਾਂ ਦੀ ਸਮਾਜ ਵਿੱਚ ਇੱਕ ਮਨੁੱਖ ਸੀ, ਜਿਹਨੂੰ ਪਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਅਤੇ ਇਉਂ ਕਹਿ ਕੇ ਉੱਚੀ ਆਵਾਜ਼ ਨਾਲ ਬੋਲ ਉੱਠਿਆ, ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਵਾਸਤਾ? ਕੀ ਤੂੰ ਸਾਡਾ ਨਾਸ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ, ਤੂੰ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ। ਤਾਂ ਯਿਸੂ ਨੇ ਉਹਨੂੰ ਵਰਜ ਕੇ ਕਿਹਾ, ਚੁੱਪ ਕਰ ਅਤੇ ਇਸ ਵਿੱਚੋਂ ਨਿਕਲ ਜਾ। ਸੋ ਉਹ ਪਰਿਸ਼ਟ ਆਤਮਾ ਉਸਨੂੰ ਮਰੋੜ ਮਰਾੜ ਕੇ ਵੱਡੀ ਆਵਾਜ਼ ਨਾਲ ਚੀਕਾਂ ਮਾਰਦਾ ਉਸ ਵਿੱਚੋਂ ਨਿਕਲ ਗਿਆ, ਅਤੇ ਉਹ ਸਾਰੇ ਲੋਕ ਐਡੇ ਹੈਰਾਨ ਹੋਏ ਕਿ ਆਪੋ ਵਿੱਚ ਚਰਚਾ ਕਰਨ ਲੱਗੇ, ਭਈ ਇਹ ਕੀ ਹੈ? ਇੱਕ ਨਵੀਂ ਸਿੱਖਿਆ। ਉਹ ਤਾਂ ਪਰਿਸ਼ਟ ਆਤਮਿਆਂ ਨੂੰ ਇਖਤਿਆਰ ਨਾਲ ਹੁਕਮ ਕਰਦਾ ਹੈ, ਅਤੇ
ਉਹ ਉਸ ਦੀ ਮੰਨ ਲੈਂਦੇ ਹਨ, ਉਵੇਂ ਹੀ ਗਲੀਲ ਦੇ ਸਾਰੇ ਇਲਾਕੇ ਵਿੱਚ ਉਹਦੀ ਧੁੰਮ ਪੈ ਗਈ। ਉਹ ਝੱਟ ਸਮਾਜ ਵਿੱਚੋਂ ਬਾਹਰ ਨਿਕਲ ਕੇ ਯਾਕੂਬ ਔਰ ਯੂਹੰਨਾ ਸਣੇ ਸਮੌਨ ਅਤੇ ਅੰਦਰਿਆਸ ਦੇ ਘਰ ਆਏ ਅਤੇ ਸਮੌਨ ਦੀ ਸੱਸ ਤਾਪ ਨਾਲ ਪਈ ਸੀ ਤਾਂ ਉਹਨਾਂ ਨੇ ਝੱਟ ਉਸ ਨੂੰ ਉਹਦੀ ਖਬਰ ਦਿੱਤੀ ਔਰ ਉਹ ਕੋਲ ਆਇਆ ਅਤੇ ਉਹਨੂੰ ਹੱਥੋਂ ਫੜ ਕੇ ਉਠਾ ਲਿਆ ਤਾਂ ਉਹਦਾ ਤਾਪ ਲਹਿ ਗਿਆ ਅਤੇ ਉਹਨੇ ਉਹਨਾਂ ਦੇ ਖਾਤਰ ਕੀਤੀ। ਅਤੇ ਸੰਝ ਨੂੰ ਸੂਰਜ ਡੁੱਬ ਗਿਆ ਤਾਂ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਸ ਕੋਲ ਲਿਆਏ ਔਰ ਸਾਰਾ ਨਗਰ ਬੂਹੇ ਉੱਤੇ ਇਕੱਠਾ ਹੋਇਆ ਸੀ ਅਤੇ ਉਸਨੇ ਬਹੁਤਿਆਂ ਨੂੰ ਜਿਹੜੇ ਭਾਂਤ ਦੇ ਰੋਗੀ ਸਨ ਚੰਗਾ ਕੀਤਾ ਔਰ ਬਹੁਤ ਸਾਰੀਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਭੂਤਾਂ ਨੂੰ ਬੋਲਣ ਨਾ ਦਿੱਤਾ ਕਿਉਂ ਜੋ ਉਹ ਉਸ ਨੂੰ ਪਛਾਣਦੇ ਸਨ। ਉਹ ਵੱਡੇ ਤੜਕੇ ਕੁਝ ਰਾਤ ਰਹਿੰਦਿਆਂ ਉੱਠ ਕੇ ਬਾਹਰ ਨਿਕਲਿਆ ਔਰ ਇੱਕ ਉਜਾੜ ਥਾਂ ਵਿੱਚ ਜਾ ਕੇ ਉੱਤੇ ਪ੍ਰਾਰਥਨਾ ਕੀਤੀ ਅਤੇ ਸਮੌਨ ਔਰ ਉਹਦੇ ਸਾਥੀ ਉਸਦੇ ਪਿੱਛੇ ਗਏ ਔਰ ਜਾਂ ਉਹਨਾਂ ਉਸ ਨੂੰ ਲੱਭ ਲਿਆ ਤਾਂ ਉਹਨੂੰ ਕਿਹਾ, ਤੈਨੂੰ ਸਭੇ ਭਾਲਦੇ ਹਨ। ਉਸਨੇ ਉਹਨਾਂ ਨੂੰ ਕਿਹਾ, ਆਓ ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਜੋ ਮੈਂ ਉੱਤੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸ ਲਈ ਨਿਕਲਿਆ ਹਾਂ। ਤਾਂ ਉਹ ਸਾਰੀ ਗਲੀਲ ਵਿੱਚ ਉਹਨਾਂ ਦੀਆਂ ਸਮਾਜਾਂ ਵਿੱਚ ਜਾ ਕੇ ਮਨਾਦੀ ਕਰਦਾ ਔਰ ਭੂਤਾਂ ਨੂੰ ਕੱਢਦਾ ਸੀ। ਇੱਕ ਖੋੜੀ ਨੇ ਉਹਦੇ ਕੋਲ ਆਣ ਕੇ ਉਹਦੀ ਮਿੰਨਤ ਕੀਤੀ ਔਰ ਉਹਦੇ ਅੱਗੇ ਗੋਡੇ ਨਿਵਾ ਕੇ ਉਸਨੂੰ ਆਖਿਆ, ਜੇ ਤੂੰ ਚਾਹੇ ਤਾਂ ਮੈਨੂੰ ਸੁੱਧ ਕਰ ਸਕਦਾ ਹੈ। ਅਤੇ ਉਸਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਔਰ ਉਹਨੂੰ ਟੋਕ ਕੇ ਕਿਹਾ, ਮੈਂ ਚਾਹੁੰਦਾ ਹਾਂ ਤੂੰ ਸੁੱਧ ਹੋ ਜਾ। ਤਾਂ ਝੱਟ ਉਹਦਾ ਕੋੜ ਜਾਂਦਾ ਰਿਹਾ ਤੇ ਉਹ ਸੁੱਧ ਹੋ ਗਿਆ। ਤਦ ਉਸਨੇ ਉਹਨੂੰ ਤਾਕੀਦ ਕਰਕੇ ਉਸ ਵੇਲੇ ਕੱਲ ਦਿੱਤਾ ਅਤੇ ਉਹਨੂੰ ਇਹ ਕਿਹਾ, ਵੇਖ ਕਿਸੇ ਨੂੰ ਕੁਝ ਨਾ ਦੱਸੀ ਪਰ ਜਾ ਕੇ ਆਪਣੇ ਤਾਏ ਜਾਜਕਾਂ ਨੂੰ ਵਿਖਾ ਔਰ ਆਪਣੇ ਸੁੱਧ ਹੋਣ ਦੇ ਕਾਰਨ ਜਿਹੜੇ ਭੇਟ ਮੂਸਾ ਨੇ ਠਹਿਰਾਈ ਚੜਾ ਤਾਂ ਜੋ ਉਹਨਾਂ ਲਈ ਸਾਖੀ ਹੋਵੇ। ਪਰ ਉਹ ਬਾਹਰ ਜਾ ਕੇ ਬਹੁਤ ਚਰਚਾ ਕਰਨ ਲੱਗਾ ਅਤੇ ਇਸ ਗੱਲ ਨੂੰ ਐਡਾ ਉਜਾਗਰ ਕੀਤਾ ਜੋ ਯਿਸੂ ਫਿਰ ਨਗਰ ਵਿੱਚ ਕੁੱਲਾ ਨਾ ਵੜ ਸਕਿਆ ਪਰ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚੁਫੇਰਿਓਂ ਉਹਦੇ ਕੋਲ ਆਉਂਦੇ ਜਾਂਦੇ ਸਨ। ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤ ਦੇ ਕਿਤਾਬ ਅਧਿਆਇ 40 ਇਸ ਵਿੱਚ ਆਪਾਂ ਵੇਖਦੇ ਹਾਂ ਯੂਸਫ ਜੋ ਉਹਦੇ ਹਵਾਲੇ ਕੀਤੇ ਹੋਏ ਫਿਰੌਨ ਦੇ ਦੋ ਪੁੱਤਰਾਂ ਦੀ ਸੁਪਨਾ ਦੇ ਅਰਥ ਨੂੰ ਦੱਸ ਰਿਹਾ। ਉਹ ਉਸ ਦੋ ਪੁੱਤਰਾਂ ਦੇ ਵਿੱਚ ਇੱਕ ਸਰਦਾਰ ਸਾਕੀ ਅਤੇ ਇੱਕ ਸਰਦਾਰ ਰਸੋਈਆ। ਸਰਦਾਰ ਸਾਕੀ ਫਿਰੌਨ ਦੇ ਖਿਲਾਫ ਕੋਈ ਵੀ ਪਾਪ ਨਹੀਂ ਕੀਤਾ। ਸਰਦਾਰ ਰਸੋਈ ਫਿਰੌਨ ਦੇ ਖਿਲਾਫ ਪਾਪ ਕੀਤਾ ਹੋਇਆ ਸੀ। ਇਸ ਕਾਰਨ ਜਿਸ ਪ੍ਰਕਾਰ ਉਹਨਾਂ ਨੂੰ ਸੁਪਨਾ ਆਉਂਦੀ ਹੈ, ਜਿਸ ਪ੍ਰਕਾਰ ਯੂਸਫ ਉਹਨਾਂ ਦੀ ਸੁਪਨਾ ਦੀ ਅਰਥ ਦੱਸਦਾ, ਉਸੇ ਪ੍ਰਕਾਰ ਉਹਨਾਂ ਨਾਲ ਹੋ ਜਾਂਦਾ। ਸਰਦਾਰ ਸਾਕੀ ਉਸ ਤਖਤ ਵਿੱਚ ਜਿਹੜਾ ਪਹਿਲਾ ਉਸ ਨੂੰ ਹੈਗਾ ਸੀ ਉਸ ਵਿੱਚ ਉਹ ਪਹੁੰਚਿਆ ਜਾਂਦਾ ਪਰ ਜਿਹੜਾ ਪਾਪ ਕੀਤਾ ਸਰਦਾਰ ਰਸੋਈ ਆਪਦੇ ਪਾਪ ਦੇ ਕਾਰਨ ਮੌਤ ਨੂੰ ਪਾ ਲੈਂਦਾ। ਇਸ ਵਿੱਚ ਆਪਾਂ ਇੱਕ ਹੋਰ ਗੱਲ ਨੂੰ ਵੇਖਦੇ ਹਾਂ। ਯੂਸਫ ਸਰਦਾਰ ਸਾਕੀ ਨੂੰ ਆਖਦਾ, ਜਦ ਤੂੰ ਉਸ ਤਖਤ ਵਿੱਚ ਮੁੜ ਜਾਵੇਗਾ, ਜਦ ਤੈਨੂੰ ਭਲਾ ਹੋਵੇਗਾ, ਉਦੋਂ ਤੂੰ ਮੈਨੂੰ ਯਾਦ ਰੱਖੀ ਅਤੇ ਮੈਨੂੰ ਇਸ ਕੈਦਖਾਨੇ ਦੇ ਵਿੱਚੋਂ ਛੁਡਾਵੀ ਕਿਉਂਕਿ ਮੈਂ ਇਸ ਕੈਦਖਾਨੇ ਦੇ ਵਿੱਚ ਰਹਿਣ ਯੋਗ ਕੋਈ ਅਗੋਜੀ ਕੰਮ ਨਹੀਂ ਕੀਤਾ। ਸੋ ਉਹ ਵੀ ਹਾਂ ਭਰਦਾ ਪਰ
जद ओदे नाल भला हो जांदा उदों सरदार साकी ने यूसुफ नूं भुल जांदा। प्रभु दे प्यारियो, इस विच आपां वेखदे हां जेड़ा पाप करदा है ओनूं सजा मिलदी है। पाप दा फल मौत है। इस गल नूं आपां इस अध्याय दे विच वेखदे हां। इसे प्रकार पहला सामुएल दी पोथी अध्याय 31 विच आपां वेखदे हां जिस प्रकार सामुएल साउल दे प्रति दसदा आया, उसे प्रकार साउल अते ओदे पुत्रा फिलिस्तियां दे नाल लड़न वेले मर जांदे, उन्हां नूं मौत घेर लेंदा। जिस प्रकार ओने परमेश्वर दे खिलाफ उस मालिक दे खिलाफ जिने साउल नूं इस्राएल उते राजा ठहरा सी पाप कीता, उस कारण वो अते ओदे सारे टब्बर सजा भोगदे होए इस अध्याय दे विच वेखदे हां। पर इस विच एक और गल लिखी हुई है, याबीस गिलियाद दे लोग उन्हां शरीरां नूं उन्हां लोथां नूं लेके दबाउंदे, वो चंगे काम साउल दे लाश नाल करदे। उस गल नूं इस अध्याय दे विच आपां वेखदे हां। इसे प्रकार जबूर 11 दे विच आपां वेखदे हां कि दाऊद इस प्रकार इस जबूर नूं लिखदा है, परमेश्वर इंसान नूं चाहदा है, चाहे वो धर्मी चाहे वो कुधर्मी, वो दुष्टां दी मत नूं जानदा है, उन्हां दी नीत नूं वो जानदा है। जे दुष्ट ये सोचे सिद्धे मन वालियां नूं मारन लई, वो गल नूं भी प्रभु यहोवा जानदा है। वो की करदा, एक दिन उस दुष्टां नूं उन्हां दे नीत दे कारण उन्हां दी बदी दे कारण मार दिंदा है अते उन्हां दी बदी दे कारण प्रभु परमेश्वर उन्हां उते अग्नि वराउंदा है, गंधक वराउंदा है करके। इसे प्रकार आपां वेखदे हां मरकुस दी इंजिल अध्याय 1 दे विच मरकुस यूहन्ना बपतिस्मा देने वाले दे प्रति साखी दिंदा है। उसे प्रकार यहोवा परमेश्वर प्रभु यीशु मसीह दे प्रति साखी दिंदा है कि ये मेरा प्यारा पुत्र है जिस तो मैं प्रसन्न हां। अते मरकुस बपतिस्मा देने वालियां दे प्रति साखी दिंदा है, ये प्रभु दे राह नूं तैयार करने वाला है, जिस खातिर इन्हां दोहां नूं खुदा ठहराया है। उन्हां गल्लां नूं यीशु मसीह अते यूहन्ना बपतिस्मा वाले दोनों उस काम नूं निभाउंदे होए आपां इस अध्याय दे विच वेखदे हां। यूहन्ना बपतिस्मा वाला लोकां नूं कहंदा, तुसीं अपने पेड़े राह तों मुड़ो अते तौबा करो, बपतिस्मा लवो क्योंकि प्रभु दा राज नेड़े आ रिहा है। पर प्रभु यीशु मसीह इस प्रकार प्रचार करदा कि समा पूरा होया है, प्रभु दा राज नेड़े आ गया है। मतलब दोनों एक ही गल नूं लेके अलग अलग प्रकार, एक कहंदा है आउण वाला है अते एक प्रचार करदा है आ गया है। इस अध्याय दे विच इस गल नूं आपां वेखदे हां। नाल प्रभु यीशु मसीह आप अपने ही प्रति गवाही दिंदा है। वो इस प्रकार अपने प्रति गवाही दिंदा है कि बतेरियां नूं चंगा करने दे द्वारा, बतेरियां दी बीमारी तो छुटकारा देने दे द्वारा ये प्रकट करता है कि मैं परमेश्वर दा पुत्र हां, जिदे नाल परमेश्वर प्रसन्न है। इस गल नूं यीशु मसीह प्रकट करदा। उसे प्रकार बपतिस्मा देने वाला लोकां दे मन नूं परमेश्वर वल मोड़न दे राही वो अपने आप नूं इस प्रकार प्रकट करदा, हां मैं सचमुच परमेश्वर दे ले राह तैयार करन वाला हां। इसी अध्याय दे विच आपां एक और गल नूं वेखदे हां, दुष्ट आत्मा प्रभु यीशु मसीह दे प्रति गवाही दिंदी है, पर यीशु मसीह उन्हां दी गवाही दे कारण खुश नहीं होया पर उन्हां नूं चिड़कदा। इन्हां सारे अध्याय दे विचों
ਆਪਾਂ ਨੂੰ ਇੱਕ ਗੱਲ ਪਤਾ ਲੱਗਦਾ ਹੈ, ਹਰੇਕ ਇਨਸਾਨ ਉਹਦੇ ਕੰਮਾਂ ਦੇ ਰਾਹੀਂ ਇਸ ਧਰਤੀ ਉੱਤੇ ਪਹਿਚਾਣਿਆ ਜਾਂਦਾ ਹੈ। ਹਰੇਕ ਇਨਸਾਨ ਉਹਦੇ ਕੰਮਾਂ ਦੇ ਕਾਰਨ ਜੋ ਫਲ ਉਹਨੂੰ ਮਿਲਦਾ ਹੈ ਉਹਦੇ ਰਾਹੀਂ ਇਸ ਧਰਤੀ ਉੱਤੇ ਪਹਿਚਾਣਿਆ ਜਾਂਦਾ ਹੈ। ਸੋ ਆਪਾਂ ਵੀ ਆਪਣੇ ਕੰਮਾਂ ਦੇ ਰਾਹੀਂ ਹੀ ਇਸ ਧਰਤੀ ਉੱਤੇ ਪਹਿਚਾਣਿਆ ਜਾਵਾਂਗੇ। ਇਸ ਗੱਲ ਨੂੰ ਆਪਾਂ ਯਾਦ ਰੱਖਦੇ ਹੋਏ ਆਪਣੀ ਜ਼ਿੰਦਗੀ ਨੂੰ ਜੀਵੀਏ ਅਤੇ ਪਰਮੇਸ਼ਰ ਦੀ ਮਹਿਮਾ ਕਰੀਏ। ਇਹਨਾਂ ਸਾਰੇ ਵਚਨਾਂ ਦੇ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।